ਮੈਂ ਗੁਰਦਰਸ਼ਨ ਬਰਾੜ ਵਪਾਰਿਕ ਖੇਤੀ ਚੈਨਲ ਬਠਿੰਡਾ ਤੋਂ। ਅੱਜ ਸਾਡੇ ਨਾਲ ਹੈਗੇ ਆ ਬਲਜਿੰਦਰ ਸਿੰਘ ਜੀ, ਕਰਮਚਾਰੀ ਐਸੋਸੀਏਸ਼ਨ ਕੋਆਪਰੇਟਿਵ ਸੋਸਾਇਟੀ ਦੇ ਸਰਕਲ ਪ੍ਰਧਾਨ ਹੈਗੇ ਆ ਬਠਿੰਡਾ ਦੇ। ਸਵਾਗਤ ਹੈ ਬਲਜਿੰਦਰ ਸਿੰਘ ਜੀ ਤੁਹਾਡਾ। ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ। ਬਲਜਿੰਦਰ ਸਿੰਘ ਜੀ, ਅੱਜ ਤੁਹਾਡੇ ਤੋਂ ਜਾਣਾਂਗੇ ਅਸੀਂ ਕੋਆਪਰੇਟਿਵ ਸੋਸਾਇਟੀਆਂ ਦੇ ਬਾਰੇ ਕਿ ਕਿਸਾਨਾਂ ਨੂੰ ਕੀ ਕੀ ਸਹੂਲਤਾਂ ਦੇ ਰਹੇ ਆ। ਸਰ ਇੱਕ ਸੁਸਾਇਟੀ ਵੱਲੋਂ ਕਿਸਾਨ ਨੂੰ ਜਿਵੇਂ ਖਾਦ ਹੋ ਗਿਆ ਜੀ, ਪੈਸਟੀਸਾਈਡ ਹੋ ਗਿਆ, ਜ਼ਰੂਰੀ ਵਸਤਾਂ ਦਾ ਘਰੇਲੂ ਵਸਤਾਂ ਦਾ ਸਮਾਨ ਹੋ ਗਿਆ, ਕੈਸ਼ ਹੋ ਗਿਆ ਜੀ, ਯਾਨੀ ਕਿ ਖੇਤੀ ਵਾਸਤੇ ਜੋ ਚੀਜ਼ ਦੀ ਜ਼ਰੂਰਤ ਹੁੰਦੀ ਆ ਉਹ ਸਭਾ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਜੀ। ਬਲਜਿੰਦਰ ਸਿੰਘ ਜੀ, ਤੁਹਾਡੀਆਂ ਕਰਮਚਾਰੀਆਂ ਦੀਆਂ ਜਿਹੜੀਆਂ ਤਨਖਾਹਾਂ ਹੈ ਉਹ ਸਮੇਂ ਸਿਰ ਮਿਲ ਜਾਂਦੀਆਂ, ਤੁਸੀਂ ਤਾਂ ਹੀ ਅੱਗੇ ਕਿਸਾਨ ਨੂੰ ਸਹੂਲਤ ਦੇ ਪਾਓਗੇ, ਤਾਂ ਹੀ ਅੱਗੇ ਵਧੀਆ ਕੰਮ ਕਰ ਪਾਓਗੇ। ਸਰ ਜੀ, ਜੇ ਆਪਾਂ ਬਠਿੰਡੇ ਦੀ ਗੱਲ ਕਰੀਏ ਤਾਂ ਤਕਰੀਬਨ 60-70% ਤੋਂ ਵੀ ਜ਼ਿਆਦਾ ਹੋਣਗੇ ਜਿਨ੍ਹਾਂ ਨੂੰ ਰੈਗੂਲਰ ਤਨਖਾਹ ਨਹੀਂ ਮਿਲ ਰਹੀ ਜੀ। ਉਹਦੇ ਵਾਸਤੇ ਸਰਕਾਰ ਦੀਆਂ ਕੁਝ ਨੀਤੀਆਂ ਹੀ ਬਹੁਤ ਗਲਤ ਨੇ, ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਜੀ। ਬਲਜਿੰਦਰ ਸਿੰਘ ਜੀ, ਜਿਹੜੀ ਖਾਦ ਪਿਛਲੇ ਸਮਿਆਂ ਦੇ ਵਿੱਚ ਆਈ ਹੈ, DAP ਵਗੈਰਾ ਆਈ ਹੈ, ਤਾਂ ਉੱਥੇ ਕੀ ਹੈ ਕਿ ਪ੍ਰਾਈਵੇਟ ਡੀਲਰਾਂ ਨੂੰ ਟੈਗਿੰਗ ਹੋਈ ਹੈ। ਪ੍ਰਾਈਵੇਟ ਡੀਲਰਾਂ ਦੇ ਨਾਲ ਨੂੰ ਉਹਨਾਂ ਨੇ ਜਿੰਕ, ਨੈਨੋ ਯੂਰੀਆ, ਸਲਫਰ ਜਾਂ ਹੋਰ ਪ੍ਰੋਡਕਟ ਦਿੱਤੇ ਹੈ ਜਿਹੜੇ ਕਿ ਕਿਸਾਨ ਨੂੰ ਨਹੀਂ ਚਾਹੀਦੇ ਸੀ, ਤਾਂ ਉਹਨਾਂ ਨੇ ਅੱਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਦਿੱਤੇ ਅਤੇ ਤੁਹਾਡੀਆਂ ਸੁਸਾਇਟੀਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਲ ਦਿੱਤਾ ਗਿਆ। ਨਹੀਂ, ਸਭਾਵਾਂ 'ਚ ਖਾਦ ਦੀ ਪਿਛਲੇ ਸੀਜ਼ਨ ਸ਼ਾਰਟ ਜ਼ਰੂਰ ਰਹੀ ਹੈ, ਪਰ ਕਿਸੇ ਮੈਂਬਰ ਨੂੰ ਧੱਕੇਬਾਜ਼ੀ ਨਾਲ ਕੁਝ ਨਹੀਂ ਦਿੱਤਾ ਹੈਗਾ। ਹਾਂ, ਨੈਨੋ ਯੂਰੀਆ ਟ੍ਰਾਇਲ ਦੇ ਤੌਰ 'ਤੇ ਜ਼ਰੂਰ 2-2, 4-4 ਪੀਸ ਕਿਸਾਨ ਨੂੰ ਦਿੱਤੇ ਗਏ ਨੇ, ਤਾਂ ਕਿ ਉਹ ਅੱਗੇ ਆਉਣ ਵਾਲਾ ਸਮਾਂ ਜੋ ਨੈਨੋ ਯੂਰੀਆ ਦਾ ਹੈਗਾ ਹੀ ਹੈ ਜੀ, ਉਹ ਟ੍ਰਾਇਲ ਦੇ ਤੌਰ 'ਤੇ ਹਰ ਇੱਕ ਕਿਸਾਨ ਨੂੰ ਦਿੱਤੇ ਗਏ ਨੇ ਜੀ। ਬਲਜਿੰਦਰ ਜੀ, ਇਸ ਸਮੇਂ 'ਤੇ ਕੁਆਲਿਟੀ ਕੰਟਰੋਲ ਦਾ ਜ਼ਮਾਨਾ ਹੈ ਅਤੇ ਤੁਹਾਡੇ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਜਿਵੇਂ ਡੀਲਰਾਂ ਦੇ ਸਿੰਪਲ ਭਰੇ ਜਾਂਦੇ ਆ, ਇਸ ਤਰ੍ਹਾਂ ਦੇ ਕੋਈ ਡਿਪਾਰਟਮੈਂਟ ਸਿੰਪਲ ਭਰਦਾ ਹੈ ਸਮੇਂ ਸਿਰ? ਸਰ, ਸਾਨੂੰ RCS ਵੱਲੋਂ ਜੋ ਪ੍ਰਵਾਨਿਤ ਹੁੰਦੇ ਨੇ ਉਹੀ MOU ਮਾਰਕਫੈਡ ਨਾਲ ਹੁੰਦਾ ਹੈ, ਅਤੇ ਅਸੀਂ ਮਾਰਕਫੈਡ ਦੇ ਥਰੂ ਹੀ ਜੋ ਵੀ ਸਮਾਨ ਲੈਂਦੇ ਹਾਂ ਜੀ, ਅਸੀਂ ਸਿੱਧੀ ਕੋਈ ਖਰੀਦ ਨਹੀਂ ਕਰਦੇ, ਪੈਸਟੀਸਾਈਡ ਹੋਵੇ ਜਾਂ ਖਾਦ ਵਗੈਰਾ ਹੋਵੇ। ਇਸ ਕਰਕੇ ਸਾਡੀ ਸੈਂਪਲਿੰਗ ਨਹੀਂ ਹੁੰਦੀ। ਸਾਡਾ ਸੁਪਰੀਮ ਕੋਰਟ ਵੱਲੋਂ ਇਹਦੀ ਸਟੇ ਹੋਈ ਹੋਈ ਹੈ ਵੀ ਸਾਡੀ ਸੈਂਪਲਿੰਗ ਨਹੀਂ ਹੋ ਸਕਦੀ, ਕਿਉਂਕਿ ਅਸੀਂ ਸੇਲ ਨਹੀਂ ਕਰਦੇ ਜੀ। ਇਹ ਪਿੰਡ ਦੇ ਮੈਂਬਰਾਂ ਇਕੱਠੇ ਹੋ ਕੇ ਇੱਕ ਯੂਨਿਟੀ ਬਣਾਈ ਗਈ ਹੈ, ਉਹ ਨਾ ਕਿ ਸੇਲ ਕਰਦੇ, ਉਹ ਆਪ ਵੀ ਦੀ ਲਿਆ ਕੇ ਆਪ ਦੀ ਵੰਡ ਕਰਦੇ ਨੇ ਜੀ। ਇਸ ਕਰਕੇ ਉਹ ਸੈਂਪਲਿੰਗ ਨਹੀਂ ਹੁੰਦੀ ਸਾਡੀ। ਬਲਜਿੰਦਰ ਜੀ, ਇੱਕ ਹੈ ਕਿ ਪ੍ਰਾਈਵੇਟ ਅਦਾਰੇ ਵੱਲ ਕਿਉਂ ਕਿਸਾਨ ਖਿੱਚਿਆ ਜਾਂਦਾ ਹੈ ਕਿ ਕੋਆਪਰੇਟਿਵ ਸੋਸਾਇਟੀ ਉਹਨੂੰ ਇੰਨਾ ਸੰਭਾਲ ਨਹੀਂ ਪਾਉਂਦੀ, ਜਾਂ ਉਹਨਾਂ ਕੋਲ ਕੋਈ ਵਧੀਆ ਤਕਨੀਕ ਹੁੰਦੀ ਹੈ ਤਾਂ ਕਰਕੇ ਉਹ ਉਸ ਤਰੀਕੇ ਨਾਲ ਖਿੱਚਿਆ ਜਾਂਦਾ ਹੈ। ਪਿੰਡ ਦੇ ਸਾਰੇ ਮੈਂਬਰ ਜਿਹੜੇ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਕਿਉਂ ਨਹੀਂ ਬਣਦੇ, ਜਾਂ ਇੱਥੇ ਕਿੱਥੇ ਕਮੀ ਰਹਿ ਜਾਂਦੀ ਹੈ? ਸਰ ਜੀ, ਇਹ ਸਰਕਾਰ ਵੱਲੋਂ 5-6 ਸਾਲ ਹੋ ਗਏ ਜੀ, ਨਵੇਂ ਮੈਂਬਰ ਭਰਤੀ ਹੋਣ ਵਾਸਤੇ ਤਾਂ ਬਹੁਤ ਚਾਹੁੰਦੇ ਨੇ, ਪਰ ਸਰਕਾਰ ਵੱਲੋਂ ਨਵੇਂ ਮੈਂਬਰਾਂ ਦੇ ਭਰਤੀ ਦੇ ਬਿਲਕੁਲ ਹੀ ਬੈਨ ਲੱਗ ਰਿਹਾ ਜੀ। ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ, ਉਹਦੇ ਵਾਰਸ ਨੂੰ ਤਾਂ ਮੈਂਬਰ ਭਰਤੀ ਕਰ ਲਿਆ ਜਾਂਦਾ ਹੈ, ਪਰ 5-6 ਸਾਲ ਤੋਂ ਬਿਲਕੁਲ ਨਵੇਂ ਮੈਂਬਰਾਂ ਦੀ ਬਿਲਕੁਲ ਭਰਤੀ ਬੰਦ ਹੈ, ਜਿਸ ਕਰਕੇ ਸਭਾਵਾਂ ਨੂੰ ਵੀ ਬਹੁਤ ਨੁਕਸਾਨ ਹੋਇਆ, ਕਿਉਂਕਿ ਨਵੇਂ ਮੈਂਬਰ ਭਰਤੀ ਹੋਣਾ ਚਾਹੁੰਦੇ ਨੇ, ਪਰ ਪਤਾ ਨਹੀਂ ਕੀ ਕਾਰਨ ਸਰਕਾਰ ਇਸ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਜੀ। ਮੈਂਬਰ ਭਰਤੀ ਹੋ ਰਹੇ ਨੇ, ਪਰ ਉਹਨਾਂ ਨੂੰ ਕਰਜ਼ਾ, ਕੈਸ਼ ਕੁਝ ਵੀ ਨਹੀਂ ਦਿੱਤਾ ਰਿਹਾ, ਇੱਕ ਤਰ੍ਹਾਂ ਦਾ ਬੈਨ ਕਰ ਰੱਖਿਆ ਨਵੇਂ ਮੈਂਬਰਾਂ ਵਾਸਤੇ ਜੀ। ਕਿਸਾਨ ਦੀ ਕਈ ਵਾਰ ਕਰਜ਼ਾ ਮਾਫ ਹੋ ਜਾਂਦਾ ਸੁਸਾਇਟੀਆਂ ਦਾ, ਜੇਕਰ ਫਸਲ ਮਰ ਜਾਂਦੀ ਹੈ ਜਾਂ ਉਹ ਅੱਗੇ ਪਾ ਦਿੱਤਾ ਜਾਂਦਾ ਹੈ, ਤਾਂ ਉਸ ਨਾਲ ਕੋਈ ਕੋਆਪਰੇਟਿਵ ਸੋਸਾਇਟੀਆਂ ਦਾ ਤੁਹਾਡੇ ਨੁਕਸਾਨ ਹੁੰਦਾ ਹੈ? ਸਰ, ਜੋ 2017 'ਚ ਕਰਜ਼ਾ ਮਾਫੀ ਦਾ ਐਲਾਨ ਹੋਇਆ ਸੀ, ਉਹ ਪ੍ਰੋਪਰ ਪੂਰੀ ਮਾਫੀ ਨਹੀਂ ਹੋਈ ਜੀ। ਉਸ ਕਰਕੇ ਕਾਫੀ ਮੈਂਬਰ ਰਹਿ ਗਏ, ਕੁਝ ਤਾਂ ਉਸ ਕੰਡੀਸ਼ਨ ਵਿੱਚ ਨਹੀਂ ਆਉਂਦੇ ਸੀ, ਪਰ ਉਹ ਮੈਂਬਰ ਵੀ ਰਿਕਵਰੀ ਨਹੀਂ ਭਰ ਰਹੇ, ਕਿਉਂਕਿ ਉਹਨਾਂ ਨੂੰ ਪ੍ਰੋਪਰ ਗਿਆਨ ਨਹੀਂ ਹੋਇਆ ਵੀ ਮਾਫੀ ਆਉਣੀ ਕਿਹਨੂੰ ਹੈ ਜੀ। ਜੋ ਵੱਡੇ ਮੈਂਬਰ ਸੀਗੇ ਉਹਨਾਂ ਵੀ ਪੈਸੇ ਨਹੀਂ ਭਰੇ, ਉਹ ਵੀ ਡਿਫਾਲਟਰ ਹੋ ਗਏ। ਇਹ ਵੀ ਮੁੱਖ ਕਾਰਨ ਹੈ ਕਿ ਸਰਕਾਰ ਨੇ ਪੂਰਾ ਪ੍ਰੋਪਰ ਲੋਕਾਂ ਨੂੰ ਕਲੀਅਰ ਨਹੀਂ ਕੀਤਾ ਵੀ ਮਾਫੀ ਕਿਹਨੂੰ ਹੋਣੀ ਹੈ ਜੀ, ਜਾਂ ਕਿੰਨੀ ਅਮਾਊਂਟ ਦੀ ਹੋਣੀ ਹੈ। ਉਸ ਵਿੱਚ ਵੀ ਕਾਫੀ ਸੀਗਾ, ਜਿਸ ਕਰਕੇ ਕਾਫੀ ਮੈਂਬਰ ਰਹਿ ਗਏ ਅਤੇ ਉਹ ਡਿਫਾਲਟਰ ਚੱਲ ਰਹੇ ਨੇ ਜੀ। ਤੁਹਾਡੀ ਕੋਆਪਰੇਟਿਵ ਸੋਸਾਇਟੀ ਦੇ ਜਿਹੜੇ ਪ੍ਰਧਾਨ ਹੈ, ਉਹਨਾਂ ਦੀ ਚੋਣ ਕਿੰਨੇ ਕੁ ਸਮੇਂ ਦੀ ਹੋਈ ਹੈ, ਜਾਂ ਉਹ ਪ੍ਰੋਪਰ ਸਹੀ ਟਾਈਮ 'ਤੇ ਚੋਣ ਹੋ ਜਾਂਦੀ ਹੈ? ਸਰ, ਸਾਡੀ ਤਾਂ ਚੋਣ ਹੋਈ ਵੀ ਨੇ। ਵੈਸੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਕਾਫੀ ਸਭਾਵਾਂ ਇਸ ਤਰ੍ਹਾਂ ਨੇ ਜਿਨ੍ਹਾਂ ਦੀ ਬੁਨਿਆਦ ਬੁੱਕੀ ਨੂੰ 2-2, 3-3 ਸਾਲ ਹੋ ਗਏ, ਤਾਂ ਪਰ ਉੱਥੇ ਚੋਣ ਨਹੀਂ ਹੋ ਰਹੀ। ਇਹਦੇ ਵਿੱਚ ਸਰਕਾਰ ਦੇ ਵੀ ਕਾਫੀ ਹੈ, ਕਿਉਂਕਿ ਜਦੋਂ ਟਰਮ ਪੂਰੀ ਹੁੰਦੀ ਹੈ ਤਾਂ ਉਹ 3 ਮਹੀਨਿਆਂ ਦੇ ਅੰਦਰ ਅੰਦਰ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ, ਪਰ ਪਤਾ ਨਹੀਂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। 2-2, 3-3 ਸਾਲਾਂ ਤੋਂ ਪੈਂਡਿੰਗ ਪਈਆਂ ਨੇ ਚੋਣਾਂ ਜੀ। ਜਿਹੜੀਆਂ ਚੋਣਾਂ ਹੁੰਦੀਆਂ, ਇਹ ਚੋਣਾਂ ਸਹੀ ਤਰੀਕੇ ਨਾਲ ਹੋ ਜਾਂਦੀਆਂ ਜਾਂ ਚੋਣਾਂ ਦੇ ਵਿੱਚ ਵੀ ਦਖਲਅੰਦਾਜ਼ੀ ਹੁੰਦੀ ਹੈ ਕਿ ਜੋ ਉਮੀਦਵਾਰ ਨਹੀਂ ਚੁਣਿਆ ਜਾਂਦਾ? ਨਹੀਂ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਜੇ ਜਾਂ ਤਾਂ ਚੋਣ ਹੁੰਦੀ ਸਰਬਸੰਮਤੀ ਨਾਲ ਹੁੰਦੀ ਹੈ ਜੀ, ਜਾਂ ਵੋਟਿੰਗ ਨਾਲ ਹੀ। ਇਹਦੇ ਵਿੱਚ
ਪਾਰਦਰਸ਼ਤਾ ਹੀ ਹੁੰਦੀ ਹੈ, ਇਸ ਵਿੱਚ ਇਸ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਹੁੰਦੀ ਜੀ। ਕੋਆਪਰੇਟਿਵ ਸੋਸਾਇਟੀਆਂ ਦੇ ਜਿਹੜੇ ਮਸ਼ੀਨੀਕਰਨ ਹੈ, ਕਾਫੀ ਮਸ਼ੀਨਾਂ ਆ ਜਾਂਦੀਆਂ, ਟਰੈਕਟਰ ਆ ਜਾਂਦੇ ਆ ਜਾਂ ਹੋਰ ਐਗਰੀਕਲਚਰ ਇਨਪੁਟਸ ਆ ਜਾਂਦੇ ਆ, ਉਹਦੇ 'ਤੇ ਕੋਈ ਦੋਸ਼ ਲੱਗਦਾ ਕਿ ਤਕੜੇ ਜ਼ਿਮੀਂਦਾਰ ਉਹਦੇ 'ਤੇ ਕਬਜ਼ਾ ਕਰਕੇ ਬਹਿ ਜਾਂਦੇ ਆ ਜਾਂ ਕੁਝ ਲੋਕ ਉਹਦੇ 'ਤੇ ਹਾਵੀ ਹੋ ਜਾਂਦੇ ਆ, ਇਸ ਤਰ੍ਹਾਂ ਦਾ ਪ੍ਰਭਾਵ ਮਾਰਕੀਟ ਜਾਂਦਾ ਪਿੰਡ ਦੇ ਵਿੱਚ? ਹਾਂ ਜੀ, ਕਈ ਸਭਾਵਾਂ 'ਚ ਜਿਵੇਂ ਖੇਤੀ ਸੰਦ ਹੈਗੇ ਨੇ, ਜਿਵੇਂ ਅਸੀਂ ਖੇਤੀ ਸੰਦ ਸਾਡੇ ਕੋਲ ਨਹੀਂ, ਅਸੀਂ ਆਟਾ ਚੱਕੀ ਲਗਾਈ ਹੈ ਜੋ ਕਿ ਕਿਸਾਨਾਂ ਵਾਸਤੇ ਵਧੀਆ ਲਾਹੇਵੰਦ ਹੈ। ਪਰ ਹਾਂ, ਕਦੇ ਨਾ ਕਦੇ ਕੋਈ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਕਈ ਕਿਸਾਨ ਸਿੱਧੇ ਸੰਦ ਲੈਣ ਆ ਜਾਂਦੇ, ਪ੍ਰੋਪਰ ਬੁਕਿੰਗ ਨਹੀਂ ਕਰਾਉਂਦੇ ਜੀ। ਇਸੇ ਕਰਕੇ ਜਿਹਦੀ ਬੁਕਿੰਗ ਪਹਿਲਾਂ ਹੁੰਦੀ ਉਸ ਨੂੰ ਮਿਲਦੇ ਨੇ ਸੰਦ, ਅਤੇ ਦੂਸਰੇ ਬੰਦੇ ਰੌਲਾ ਪਾਉਂਦੇ ਨੇ ਵੀ ਇਹ ਧੱਕਾਸ਼ਾਹੀ ਹੋਈ ਹੈ। ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਸ ਤਰ੍ਹਾਂ ਦੀ ਬੁਕਿੰਗ ਦੇ ਵਿੱਚ ਕੋਈ ਆਨਲਾਈਨ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸੁਵਿਧਾ ਵੀ ਦਿੱਤੀ ਜਾ ਸਕਦੀ ਹੈ ਕਿ ਜਿਹੜਾ ਬੁਕਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਅੱਗੇ ਵਾਸਤੇ? ਹਾਂਜੀ, ਇਹ ਜੋ ਕਰਮਚਾਰੀ ਹੁੰਦਾ, ਸੈਕਟਰੀ ਸੇਲਜ਼ਮੈਨ ਜਿਸ ਕੋਲ ਵੀ ਹੁੰਦੇ ਆ, ਉਹਨਾਂ ਨੂੰ ਇੱਕ ਬਿੱਲ ਬੁੱਕ ਦਿੱਤੀ ਜਾਂਦੀ ਹੈ ਜਿਸ 'ਚ ਪੂਰਾ ਟਾਈਮਿੰਗ ਦੇ ਤੌਰ 'ਤੇ ਬੁਕਿੰਗ ਕੀਤੀ ਜਾਂਦੀ ਹੈ, ਅਤੇ ਉਸ ਬੁਕਿੰਗ ਦੇ ਹਿਸਾਬ ਨਾਲ ਹੀ ਹਰ ਇੱਕ ਨੂੰ ਇਸ਼ੂ ਕੀਤੇ ਜਾਂਦੇ ਨੇ। ਇਸ ਤਰ੍ਹਾਂ ਦੀ ਕੋਈ ਨਹੀਂ ਕੁਛ। ਕੋਆਪਰੇਟਿਵ ਸੋਸਾਇਟੀਆਂ ਦੇ ਵਿੱਚ ਕੀ ਹੋਰ ਤੁਸੀਂ ਮੰਗ ਕਰਦੇ ਹੋ ਕਿ ਵੀ ਕੀ ਸੁਧਾਰ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਨਵੀਂ ਮੈਂਬਰ ਭਰਤੀ ਹੈ ਜਿਹੜੀ ਬੰਦ ਪਈ ਹੈ, ਸਭ ਤੋਂ ਪਹਿਲਾਂ ਤਾਂ ਉਹੀ ਜ਼ਰੂਰੀ ਹੈ ਜੀ ਵੀ ਉਹ ਸ਼ੁਰੂ ਕਰਨੀ ਚਾਹੀਦੀ ਹੈ। 5-6 ਸਾਲ ਹੋ ਗਏ ਮੈਂਬਰ ਬਿਲਕੁਲ ਵੀ ਭਰਤੀ ਨਹੀਂ ਹੁੰਦੇ। ਜਿਹੜੇ ਮੈਂਬਰ ਭਰਤੀ ਹੋਏ ਉਹਨਾਂ ਨੂੰ ਚੈੱਕ ਬੁੱਕਾਂ, ਕੈਸ਼ ਕੁਛ ਨਹੀਂ ਮਿਲ ਰਿਹਾ। ਇੱਕ ਤਾਂ ਇਹ ਹੈ ਵੀ ਮੈਂਬਰ ਭਰਤੀ ਖੁੱਲ੍ਹੀ ਕਰਨੀ ਚਾਹੀਦੀ ਹੈ। ਇੱਕ ਜੋ ਲਿਮਟ ਹੈਗੀ, ਜਿਵੇਂ 10 ਕਿੱਲਿਆਂ ਨੂੰ ਹੈ ਆਪਾਂ 1.25 ਲੱਖ ਰੁਪਏ ਕੈਸ਼ ਦਿੰਦੇ ਹਾਂ ਜੀ, ਉਹ ਬਹੁਤ ਘੱਟ ਹੈ। ਜਿਵੇਂ ਪ੍ਰਾਈਵੇਟ ਬੈਂਕਾਂ ਨੇ 10-10 ਕਿੱਲਿਆਂ 'ਤੇ ਵੀ 50-50, 60-60 ਲੱਖ ਦੀਆਂ ਲਿਮਟਾਂ ਬੰਨ੍ਹ ਦਿੰਦੇ ਨੇ, ਪਰ ਇਹ ਸੋਸਾਇਟੀ ਵੱਲੋਂ ਬਹੁਤ ਘੱਟ ਲਿਮਟ ਦਿੱਤੀ ਜਾਂਦੀ ਹੈ। ਇਹ ਵਧਾਉਣ ਦੀ ਜ਼ਰੂਰਤ ਹੈ ਜੀ। ਕੋਆਪਰੇਟਿਵ ਸੋਸਾਇਟੀਆਂ ਦੇ ਸੈਕਟਰੀਆਂ ਵੱਲੋਂ ਜਾਂ ਕਿਸੇ ਹੋਰ ਅਫਸਰਸ਼ਾਹੀ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਦੇ ਨਾਮ 'ਤੇ ਕੋਈ ਫਰਾਡ ਹੋਏ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਸਾਡੇ ਬਠਿੰਡਾ ਡਿਸਟ੍ਰਿਕਟ 'ਚ ਵੀ 1-2 ਸਭਾਵਾਂ 'ਚ ਇਸ ਤਰ੍ਹਾਂ ਦਾ ਪ੍ਰੋਬਲਮ ਆਈ ਹੈ। ਜਿਵੇਂ ਪੂਲਾ ਸੋਸਾਇਟੀ ਸੀ, ਉਹਦੇ 'ਚ ਵੀ ਸੈਕਟਰੀ ਜਿਹਨੇ ਐਫਡੀਆਂ ਕਰਵਾਈਆਂ ਸੀ, ਉਸ ਪਰਸਨਲ ਤੌਰ 'ਤੇ ਆਪ ਕਢਾ ਕੇ ਕਾਫੀ ਉਹਦੇ 'ਚ ਹੇਰਾਫੇਰ ਕੀਤੀ ਵੀ ਹੈ। ਪਰ ਉਹਦੇ ਵਿੱਚ ਮਹਿਕਮੇ ਨੂੰ ਵੀ ਖਾਸ ਧਿਆਨ ਦੇਣ ਦੀ ਲੋੜ ਹੈ, ਜੋ ਕਿ ਪ੍ਰੋਪਰ ਧਿਆਨ ਨਹੀਂ ਦਿੰਦੇ, ਜਿਸ ਕਰਕੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਜੀ। ਅੱਗੇ ਵਾਸਤੇ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਤਾਂ ਕੀ ਸਹਿਯੋਗ ਮੰਗਦੇ ਹੋ ਅਫਸਰਸ਼ਾਹੀ ਤੋਂ ਜਾਂ ਰਾਜਨੇਤਾਵਾਂ ਤੋਂ? ਅਸੀਂ ਚਾਹੁੰਦੇ ਵੀ ਇਹ ਸਭਾਵਾਂ ਦਾ ਜੋ ਵੀ ਕੰਮ ਹੈ ਆਨਲਾਈਨ ਹੋਵੇ, ਪਾਰਦਰਸ਼ਤਾ ਹੋਵੇ, ਅਤੇ ਮਹਿਕਮੇ ਵੱਲੋਂ ਸਮੇਂ-ਸਮੇਂ ਸਿਰ ਵਿਜ਼ਿਟਾਂ ਕਰਨੀਆਂ ਚਾਹੀਦੀਆਂ ਨੇ ਜੀ, ਤਾਂ ਜੋ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਅੱਗੇ ਤੋਂ ਨਾ ਆ ਸਕੇ ਜੀ। ਕੋਈ ਇਸ ਤਰ੍ਹਾਂ ਦੀ ਕੋਆਪਰੇਟਿਵ ਸੋਸਾਇਟੀ ਜਿਹੜੀ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਪੂਰੀ ਵਿਲੱਖਣ ਹੋਵੇ ਅਤੇ ਬਹੁਤ ਵਧੀਆ ਕੰਮ ਕਰ ਰਹੀ ਹੋਵੇ, ਉਹਦੇ ਬਾਰੇ ਕੁਛ ਕਹਿਣਾ ਚਾਹੋਗੇ? ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਮਹਿਲ ਗਿੱਲਾਂ ਸੋਸਾਇਟੀ ਹੈ ਜੀ, ਬਹੁਤ ਵਧੀਆ ਕੰਮ ਉਹਨਾਂ ਦਾ ਜੀ। ਹਰ ਇੱਕ ਸਹੂਲਤ ਉਹ ਕਿਸਾਨਾਂ ਨੂੰ ਦਿੰਦੀ ਹੈ। ਜੇ ਬਠਿੰਡੇ ਦੀ ਗੱਲ ਕਰੀਏ ਤਾਂ ਬਹਿਮਨ ਦੀਵਾਨਾ ਸੋਸਾਇਟੀ ਹੈ ਜੀ ਮੇਰੇ ਧਿਆਨ 'ਚ, ਜੋ ਅੱਜ ਤੋਂ 15 ਕੁ ਸਾਲ ਪਹਿਲਾਂ ਬਿਲਕੁਲ ਬੰਦ ਹੋਣ ਕਿਨਾਰੇ ਸੀ। ਉਸ ਤੋਂ ਬਾਅਦ ਉੱਥੇ ਸੈਕਟਰੀ ਆਏ ਨੇ ਮੁਰਾਰੀ ਲਾਲ ਜੀ, ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇੱਕ ਬੰਦ ਪਈ ਸੋਸਾਇਟੀ ਨੂੰ ਆਪਦੇ ਪੈਰਾਂ ਸਿਰ ਖੜ੍ਹਾ ਕੀਤਾ ਜੀ। ਖੇਤੀ ਸੰਦ, ਡੀਜ਼ਲ ਪੰਪ, ਹੋਰ ਕਿ ਕਿਸਾਨਾਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ। ਮੈਂ ਬਠਿੰਡੇ 'ਚ ਉਸ ਨੂੰ ਪੂਰੀ ਟੌਪ 'ਤੇ ਮੰਨਦਾ ਜੀ। ਅਫਸਰਾਂ ਤੋਂ ਅਤੇ ਰਾਜਨੀਤਿਕ ਪਾਰਟੀਆਂ ਤੋਂ ਕੀ ਉਮੀਦ ਰੱਖਦੇ ਹੋ ਕਿ ਵੀ ਅੱਗੇ ਵਾਸਤੇ ਕੋਆਪਰੇਟਿਵ ਜਿਹੜਾ ਸਿਸਟਮ ਹੈ, ਇਸ ਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ? ਜਾਂ ਦੇਸ਼ ਦੇ ਵਿੱਚ ਕੋਈ ਕੋਆਪਰੇਟਿਵ ਸਿਸਟਮ ਹੈ ਜਿੱਥੇ ਇਹ ਲੱਗਦਾ ਹੋਵੇ ਕਿ ਉਸ ਸਟੇਟ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ 'ਤੇ? ਸਰ, ਗੁਜਰਾਤ ਹੈ, ਗੁਜਰਾਤ ਬਹੁਤ ਡਿਵੈਲਪ ਹੋਇਆ ਇਸ ਤਰ੍ਹਾਂ ਦੀ ਸਹਿਕਾਰੀ ਸਭਾਵਾਂ, ਜਿਵੇਂ ਅਮੂਲ ਹੋ ਗਿਆ, ਹੋਰ ਹੋ ਗਈ। ਹਾਂ, ਇਹ ਜਿਵੇਂ ਸਹਿਕਾਰੀ ਸਭਾਵਾਂ ਹੈ, ਇਹਨਾਂ ਦੇ ਹੱਥ ਬਹੁਤ ਬੰਨੇ ਹੈ ਜੀ। ਇਹ ਖੁਦ ਮੁਖਤਿਆਰੀ ਮਲਟੀਪਰਪਜ਼ ਕਹਿ ਦਿੰਦੇ ਨੇ ਵੀ ਇਹ ਖੁਦ ਮੁਖਤਿਆਰ ਨੇ, ਪਰ ਇਹ ਖੁਦ ਮੁਖਤਿਆਰੀ ਕੋਈ ਨਹੀਂ। ਇਹ ਆਰਸੀਐਸ ਵੱਲੋਂ ਜੋ ਪਾਲਿਸੀਆਂ ਬਣਾਈਆਂ ਜਾਂਦੀਆਂ ਉਹਨਾਂ ਨੂੰ ਹੀ ਅਡੋਪਟ ਕਰਨਾ ਪੈਂਦਾ ਹੈ। ਜੋ ਵੀ ਸਮਾਨ, ਕੋਈ ਪੈਸਟੀਸਾਈਡ ਦਾ, ਕੋਈ ਖਾਦ ਹੈ, ਉਹ ਮਾਰਕਫੈੱਡ ਦੇ ਥਰੂ ਹੀ ਲੈਣੀ ਪੈਂਦੀ ਹੈ। ਇਸ ਕਰਕੇ ਵੀ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹ ਖੁੱਲ੍ਹਾ ਕਰਨਾ ਚਾਹੀਦਾ ਹੈ ਵੀ ਕੋਈ ਕਿਤੋਂ ਵੀ ਖਰੀਦ ਸਕੇ, ਤਾਂ ਜੋ ਉਹਦੇ ਵਿੱਚ ਕਿਸਾਨਾਂ ਨੂੰ ਹੋਰ ਵੀ ਘੱਟ ਰੇਟ 'ਤੇ ਸਮਾਨ ਮਿਲ ਸਕੇ। ਕਿਉਂਕਿ ਜਦੋਂ ਮਾਰਕਫੈੱਡ ਮੋਟਾ ਕਮਿਸ਼ਨ ਆਪ ਰੱਖ ਲੈਂਦਾ ਹੈ ਅਤੇ ਸਭਾਵਾਂ ਨੂੰ ਬਿਲਕੁਲ ਵੀ ਨਾ ਮਾਤਰ ਮਾਰਜਨ ਦਿੱਤਾ ਜਾਂਦਾ ਹੈ, ਜਿਸ ਕਾਰਨ ਸਭਾਵਾਂ ਘਾਟੇ ਚਲੀਆਂ ਜਾ ਰਹੀਆਂ ਨੇ, ਦਿਨੋਂ ਦਿਨ ਬੱਤਰ ਹੁੰਦੀਆਂ ਜਾਂਦੀਆਂ ਨੇ। ਪ੍ਰਾਈਵੇਟ ਡੀਲਰ ਤੋਂ ਮਾਲ ਇੱਥੇ ਆ ਕੇ ਖਰੀਦਣਾ ਪੈਂਦਾ ਹੈ। ਕੋਆਪਰੇਟਿਵ ਸੋਸਾਇਟੀ ਦੀ ਵਿਲੱਖਣਤਾ ਇਹ ਹੈ ਕਿ ਉੱਥੇ ਦੁਆਰ 'ਤੇ ਉਹਦੇ ਕਿਸਾਨ ਦੇ ਘਰ ਦੇ ਨੇੜੇ ਉਹਨੂੰ ਪਹੁੰਚ ਕਰਦੀ ਹੈ, ਬੇਸ਼ੱਕ ਉਹ ਫਰਟੀਲਾਈਜ਼ਰ ਹੋਵੇ, ਬੇਸ਼ੱਕ ਉਹ ਛੋਟੀ ਚੀਜ਼ ਹੋਵੇ। ਤਾਂ ਉੱਥੇ ਹੁਣ ਕਿਸਾਨ ਦੇ ਲਈ ਕਿੰਨਾ ਕੁ ਵਧੀਆ ਫਾਇਦੇਮੰਦ ਹੈ ਕੋਆਪਰੇਟਿਵ ਸੋਸਾਇਟੀ ਇਸ ਮਾਮਲੇ ਦੇ ਵਿੱਚ? ਸਰ, ਜਿਵੇਂ ਕੋਈ ਪ੍ਰਾਈਵੇਟ ਮਾਰਕੀਟਿੰਗ 'ਚ ਕੋਈ ਕਿਸਾਨ ਜਾਂਦਾ ਹੈ,
ਉਹ ਹਰ ਇੱਕ ਤਰ੍ਹਾਂ ਦੇ ਅਲੱਗ-ਅਲੱਗ ਰੇਟ, ਇੱਕ ਹੀ ਚੀਜ਼ ਦੇ ਮੰਨ ਲਓ ਪੈਸਟੀਸਾਈਡ ਹੈ, ਹਰ ਇੱਕ ਦੇ ਅਲੱਗ-ਅਲੱਗ ਰੇਟ ਹੁੰਦੇ ਨੇ। ਪਰ ਸੁਸਾਇਟੀ ਵਿੱਚ ਹਰ ਇੱਕ ਕਿਸਾਨ ਨੂੰ ਇੱਕੋ ਰੇਟ 'ਤੇ ਸਹੀ ਮਾਤਰਾ 'ਚ, ਸਹੀ ਵਜਨ 'ਤੇ ਸਹੀ ਕੁਆਲਿਟੀ ਦਾ ਰੇਟ ਮਿਲਦਾ ਹੈ। ਕਿਸਾਨ ਤਾਂ ਉਹਨੇ ਚਾਹੁੰਦੇ ਨੇ ਜੀ, ਸੁਸਾਇਟੀਆਂ ਨਾਲ ਬਹੁਤ ਜੁੜਨਾ ਚਾਹੁੰਦੇ ਨੇ, ਪਰ ਸਭਾਵਾਂ ਤੇ ਸਰਕਾਰ ਵੱਲੋਂ ਮੈਂਬਰਸ਼ਿਪ 'ਤੇ ਬਿਲਕੁਲ ਰੋਕ ਲਗਾਈ ਵੀ ਹੈ। ਅਤੇ ਸਰਕਾਰ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਮੈਂਬਰਸ਼ਿਪ ਖੋਲ੍ਹੀ ਜਾਵੇ ਅਤੇ ਵੱਧ ਤੋਂ ਵੱਧ ਮੈਂਬਰ ਭਰਤੀ ਕਰਕੇ ਉਹਨਾਂ ਦਾ ਲੈਣ ਦੇਣ ਸ਼ੁਰੂ ਕੀਤਾ ਜਾਵੇ ਜੀ। ਤੁਹਾਡੇ ਕਰਮਚਾਰੀਆਂ ਦੀਆਂ ਮੰਗਾਂ ਕੀ ਹੈ ਜੀ ਇਸ ਟਾਈਮ 'ਚ? ਸਰ ਸਾਡੀਆਂ ਮੁਲਾਜ਼ਮਾਂ ਦੀਆਂ ਕਾਫੀ ਪ੍ਰੋਬਲਮਾਂ ਨੇ ਜੀ। ਮੇਨ ਤਾਂ ਇੰਪਲਾਈਜ਼ ਦੀ ਭਰਤੀ ਬਹੁਤ ਪਿੱਛੇ ਹੈ ਜੀ। ਸਾਡੇ ਕੋਲ ਕਈ ਸਭਾਵਾਂ ਖਾਲੀ ਪਈਆਂ ਨੇ, ਇੱਕ ਮੁਲਾਜ਼ਮ ਨੂੰ 2-2 3-3 ਸਭਾਵਾਂ ਦੇ ਰੱਖੀਆਂ ਨੇ ਜੀ। ਇੱਕ ਤਾਂ ਮੁਲਾਜ਼ਮ ਭਰਤੀ ਜੀ, ਬਾਕੀ ਸਾਡੇ ਡੀਸੀ ਰੇਟ 'ਤੇ ਮੁਲਾਜ਼ਮ 10-10 ਸਾਲ ਹੋ ਗਏ ਜੀ ਡੀਸੀ ਰੇਟ 'ਤੇ ਫਿਰਦੇ ਨੇ, ਉਹਨਾਂ ਨੂੰ ਕੋਈ ਗ੍ਰੇਡ ਨਹੀਂ ਦਿੱਤੇ ਗਏ। ਅਤੇ ਬਾਕੀ ਮੁਲਾਜ਼ਮ ਜਿਹੜੇ ਗ੍ਰੇਡ 'ਤੇ ਨੇ ਉਹਨਾਂ ਨੂੰ ਕਾਫੀ ਟਾਈਮ ਤੋਂ ਜਾਣੀ ਕਿ 70-80% ਇਸ ਤਰ੍ਹਾਂ ਜੋ ਤਨਖਾਹਾਂ 2-2 3-3 ਸਾਲ ਪਿੱਛੇ ਫਿਰਦੀਆਂ ਨੇ। ਇਸ ਵੱਲ ਪੰਜਾਬ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ। ਅਸੀਂ ਕਾਫੀ ਪ੍ਰੋਟੈਸਟ ਵੀ ਕੀਤਾ, ਪਰ ਪੁਰਾਣੀ ਸਰਕਾਰ ਨੇ ਤਾਂ ਕੁਛ ਨਹੀਂ ਸੁਣਿਆ ਜੀ। ਹੁਣ ਨਵੀਂ ਸਰਕਾਰ ਤੋਂ ਵੀ ਸਾਨੂੰ ਆਸਾਂ ਹੈਗੀਆਂ ਨੇ, ਦੇਖਦੇ ਹਾਂ ਵੀ ਇਹ ਸਰਕਾਰ ਕੀ ਕਰਦੀ ਹੈ ਜੀ। ਬਲਜਿੰਦਰ ਸਿੰਘ ਜੀ ਨੂੰ ਨਵੀਂ ਸਰਕਾਰ ਤੋਂ ਕਾਫੀ ਆਸ ਹੈ। ਉਮੀਦ ਹੈ ਇਹ ਸਰਕਾਰਾਂ ਆਪਣੇ ਪੱਧਰ 'ਤੇ ਜਾਂ ਜੋ ਵੀ ਸਟੇਟ ਲੈਵਲ 'ਤੇ ਕੋਈ ਫੈਸਲਾ ਲੈਂਦੀਆਂ ਤਾਂ ਉਹ ਫੈਸਲਾ ਫਰੂਟਫੁੱਲ ਹੋਏਗਾ, ਉਹ ਵਧੀਆ ਹੋਏਗਾ, ਕਿਸਾਨਾਂ ਦੇ ਹੱਕ 'ਚ ਹੋਏਗਾ। ਅੱਜ ਡੁੱਬਦੀ ਕਿਸਾਨੀ ਦੇ ਲਈ ਅਤੇ ਗੁਲਾਬੀ ਸੁੰਡੀ ਦੇ ਖਾਤਮੇ ਲਈ ਇਹ ਜ਼ਰੂਰੀ ਹੈ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਜੋ ਪ੍ਰਾਈਵੇਟ ਅਦਾਰਿਆਂ ਕੋਲ ਜੋ ਨਵੀਂ ਟੈਕਨੋਲੋਜੀ ਹੈ ਉਹ ਉਸ ਨੂੰ ਕੋਆਪਰੇਟਿਵ ਸੁਸਾਇਟੀਆਂ ਨਾਲ ਜੋੜਿਆ ਜਾਵੇ। ਧੰਨਵਾਦ।